ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਬਹੁਤ ਹੀ ਕਮਾਲ ਦੀ ਕਹਾਣੀ ਤੇ ਗੱਲ ਕਰਨ ਵਾਲੇ ਹਾਂ। ਜ਼ਰਾ ਸੋਚੋ ਕੀ ਹੋਵੇਗਾ ਜਦੋਂ ਕਿਤਾਬਾਂ ਪੜ੍ਹ ਕੇ ਪੈਦਾ ਹੋਇਆ ਬਹੁਤ ਸਾਰਾ ਹੰਕਾਰ ਇੱਕ ਆਮ ਜਿਹਾ ਇਨਸਾਨ ਦੇ ਦਿਹਾੜੀਦਾਰ ਜਾਂ ਕਹਿ ਲਓ ਵਿਵਹਾਰਿਕ ਸਿਆਣਪ ਨਾਲ ਟਕਰਾ ਜਾਵੇ। ਇਹ ਕੋਈ ਆਮ ਜੀ ਪੁਰਾਣੀ ਕਥਾ ਨਹੀਂ ਹੈ, ਸਗੋਂ ਇਹ ਮਨੁੱਖੀ ਸੁਭਾਅ ਅਤੇ ਅਸਲ ਬੁੱਧੀ ਨੂੰ ਸਮਝਣ ਦਾ ਇੱਕ ਬਹੁਤ ਹੀ ਜ਼ਬਰਦਸਤ ਤਰੀਕਾ ਹੈ। ਤਾਂ ਫਿਰ ਬਿਨਾਂ ਦੇਰੀ ਕੀਤੇ ਆਓ ਦੇਖਦੇ ਹਾਂ ਕਿ ਕਿਵੇਂ ਇੱਕ ਸਿੱਧੇ ਸਾਦੇ ਕਿਸਾਨ ਨੇ ਇੱਕ ਬਹੁਤ ਹੀ ਹੰਕਾਰੀ ਰਾਜਕੁਮਾਰ ਨੂੰ ਜ਼ਿੰਦਗੀ ਦਾ ਐਸਾ ਸਬਕ ਸਿਖਾਇਆ ਜੋ ਉਹ ਕਦੇ ਨਹੀਂ ਭੁੱਲਿਆ। ਇਹ ਸਾਡੇ ਸਾਹਮਣੇ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ। ਸਾਡੀ ਇਸ ਕਹਾਣੀ ਦਾ ਹੀਰੋ ਜਾਂ ਕਹਿ ਲਓ ਵਿਲਨ ਇੱਕ ਅਜਿਹਾ ਰਾਜਕੁਮਾਰ ਹੈ ਜਿਸ ਨੂੰ ਆਪਣੀਆਂ ਕਿਤਾਬਾਂ ਅਤੇ ਆਪਣੀ ਅਕਲ ਤੇ ਹੱਦੋਂ ਵੱਧ ਹੰਕਾਰ ਸੀ। ਉਹ ਆਪਣੇ ਮਹਿਲਾਂ ਚੋਂ ਬਾਹਰ ਨਿਕਲਦਾ, ਪੂਰੇ ਰਾਜ ਵਿੱਚ ਘੁੰਮਦਾ ਅਤੇ ਲੋਕਾਂ ਨੂੰ ਅਜਿਹੇ ਉਲਝੇ ਹੋਏ ਸਵਾਲ ਪੁੱਛਦਾ ਜਿਨ੍ਹਾਂ ਦਾ ਜਵਾਬ ਦੇਣਾ ਲਗਭਗ ਨਾਮੁਮਕਿਨ ਹੁੰਦਾ ਸੀ। ਹੁਣ ਉਸ ਦਾ ਮਕਸਦ ਕੁਝ ਨਵਾਂ ਸਿੱਖਣਾ ਨਹੀਂ ਸੀ, ਬਿਲਕੁਲ ਨਹੀਂ। ਉਹ ਤਾਂ ਬਸ ਦੂਜਿਆਂ ਨੂੰ ਨੀਵਾਂ ਦਿਖਾ ਕੇ ਆਪਣੀ ਚੌਧਰ ਚਮਕਾਉਣਾ ਚਾਹੁੰਦਾ ਸੀ। ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਹੰਕਾਰ ਦਾ ਸਿਰ ਤਾਂ ਹਮੇਸ਼ਾ ਨੀਵਾਂ ਹੀ ਹੁੰਦਾ ਹੈ ਨਾ। ਤਾਂ ਸਾਡਾ ਪਹਿਲਾ ਭਾਗ ਹੈ ਗਿਆਨ ਦਾ ਹੰਕਾਰ। ਖੇਤਾਂ ਵਿੱਚ ਇੱਕ ਟਕਰਾਅ। ਇੱਕ ਦਿਨ ਇਸੇ ਤਰ੍ਹਾਂ ਆਕੜ ਵਿੱਚ ਤੁਰਿਆ ਜਾਂਦਾ ਰਾਜਕੁਮਾਰ ਇੱਕ ਖੇਤ ਕੋਲੋਂ ਲੰਘਿਆ। ਉੱਥੇ ਇੱਕ ਵਿਚਾਰਾ ਗਰੀਬ ਜਿਹਾ ਕਿਸਾਨ ਬੜੀ ਸ਼ਾਂਤੀ ਨਾਲ ਆਪਣਾ ਹਲ ਵਾਹ ਰਿਹਾ ਸੀ। ਰਾਜਕੁਮਾਰ ਨੇ ਆਪਣੀ ਆਦਤ ਮੁਤਾਬਿਕ ਉਸ ਨੂੰ ਰੋਕਿਆ ਅਤੇ ਇੱਕ ਸ਼ਰਤ ਰੱਖ ਦਿੱਤੀ। ਕਹਿੰਦਾ, ਜੇ ਤੂੰ ਮੇਰੇ 3 ਸਵਾਲਾਂ ਦਾ ਸਹੀ ਜਵਾਬ ਨਾ ਦਿੱਤਾ ਤਾਂ ਤੈਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਹੁਣ ਹੈਰਾਨੀ ਦੀ ਗੱਲ ਇਹ ਸੀ ਕਿ ਕਿਸਾਨ ਬਿਨਾਂ ਕਿਸੇ ਡਰ ਦੇ ਬੜੇ ਆਰਾਮ ਨਾਲ ਤਿਆਰ ਹੋ ਗਿਆ। ਹੁਣ ਇੱਥੇ ਜੋ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਹੈ ਕਿ ਇਹ ਦੋਵੇਂ ਪਾਤਰ ਬਿਲਕੁਲ ਵੱਖੋ-ਵੱਖਰੀਆਂ ਦੁਨੀਆਵਾਂ ਤੋਂ ਨੇ। ਇੱਕ ਪਾਸੇ ਰਾਜਕੁਮਾਰ ਹੈ ਜੋ ਕਿਤਾਬੀ ਗਿਆਨ, ਤਾਕਤ ਅਤੇ ਨਿਰੋਲ ਹੰਕਾਰ ਨਾਲ ਭਰਿਆ ਹੋਇਆ ਹੈ। ਉਹ ਸੋਚਦਾ ਹੈ ਕਿ ਉਸ ਦੀ ਪੜ੍ਹਾਈ ਉਸ ਨੂੰ ਸਭ ਤੋਂ ਉੱਪਰ ਬਣਾਉਂਦੀ ਹੈ। ਤੇ ਦੂਜੇ ਪਾਸੇ ਸਾਡਾ ਕਿਸਾਨ, ਉਸ ਕੋਲ ਭਾਵੇਂ ਕੋਈ ਵੱਡੀ ਡਿਗਰੀ ਨਹੀਂ, ਪਰ ਉਸ ਕੋਲ ਵਿਹਾਰਿਕ ਤਜਰਬਾ, ਨਿਮਰਤਾ ਅਤੇ ਮਿੱਟੀ ਨਾਲ ਜੁੜੀ ਹੋਈ ਸੋਚ ਹੈ। ਇਹ ਟਕਰਾਅ ਨਾ ਸਿਰਫ 2 ਬੰਦਿਆਂ ਦਾ ਨਹੀਂ, ਸਗੋਂ ਸਮਝਦਾਰੀ ਦੇ 2 ਬਿਲਕੁਲ ਵੱਖਰੇ ਰੂਪਾਂ ਦਾ ਹੈ। ਆਓ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਸਾਡਾ ਅਗਲਾ ਭਾਗ ਹੈ ਪਹਿਲਾ ਸਵਾਲ, ਕੇਂਦਰ ਇੱਕ ਭੂਗੋਲਿਕ ਅਸੰਭਵਤਾ। ਰਾਜਕੁਮਾਰ ਆਪਣਾ ਪਹਿਲਾ ਤੀਰ ਛੱਡਦਾ ਹੈ। ਇਹ ਕੋਈ ਆਮ ਸਵਾਲ ਨਹੀਂ ਸੀ, ਸਗੋਂ ਜਾਣ ਬੁੱਝ ਕੇ ਬਣਾਏ ਗਏ ਇੱਕ ਅਜਿਹੀ ਭੂਗੋਲਿਕ ਬੁਝਾਰਤ ਸੀ ਕਿ ਅਗਲਾ ਬੰਦਾ ਉਂਝੀ ਹਾਰ ਮੰਨ ਲਵੇ। ਰਾਜਕੁਮਾਰ ਨੂੰ ਪੂਰਾ ਪੱਕਾ ਯਕੀਨ ਸੀ ਕਿ ਇਹ ਅਨਪੜ੍ਹ ਕਿਸਾਨ ਤਾਂ ਕਦੇ ਵੀ ਇਸ ਦਾ ਜਵਾਬ ਨਹੀਂ ਦੇ ਪਾਵੇਗਾ। ਸਵਾਲ ਸੀ, ਦੁਨੀਆ ਦਾ ਕੇਂਦਰ ਕਿੱਥੇ ਹੈ? ਜ਼ਰਾ ਆਪਣੇ ਦਿਮਾਗ ਤੇ ਜ਼ੋਰ ਪਾਓ। ਕਿੰਨਾ ਅਜੀਬ ਅਤੇ ਬੇਤੁਕਾ ਸਵਾਲ ਹੈ ਇਹ। ਰਾਜਕੁਮਾਰ ਦੀ ਆਵਾਜ਼ ਵਿੱਚ ਪੂਰਾ ਹੰਕਾਰ ਭਰਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਕਿਸਾਨ ਨਕਸ਼ਿਆਂ ਜਾਂ ਵੱਡੀਆਂ-ਵੱਡੀਆਂ ਕਿਤਾਬਾਂ ਬਾਰੇ ਸੋਚੇ ਅਤੇ ਬੁਰੀ ਤਰ੍ਹਾਂ ਉਲਝ ਜਾਵੇ, ਕਿਉਂਕਿ ਇੱਕ ਗੋਲ ਧਰਤੀ ਤੇ ਕੋਈ ਵੀ ਇੱਕ ਖਾਸ ਬਿੰਦੂ ਕੇਂਦਰ ਤਾਂ ਹੋ ਹੀ ਨਹੀਂ ਸਕਦਾ ਅਤੇ ਰਾਜਕੁਮਾਰ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਉਹ ਤਾਂ ਬਸ ਕਿਸਾਨ ਦਾ ਮਜ਼ਾਕ ਉਡਾਉਣ ਲਈ ਤਿਆਰ ਖੜਾ ਸੀ। ਪਰ ਕਿਸਾਨ ਨੇ ਜੋ ਕੀਤਾ ਨਾ, ਉਸਨੇ ਤਾਂ ਸਾਰੀ ਖੇਡ ਹੀ ਪਲਟ ਦਿੱਤੀ। ਕਿਸੇ ਵੀ ਕਿਤਾਬੀ ਜਾਂ ਗੁੰਝਲਦਾਰ ਸੋਚ ਵਿੱਚ ਪੈਣ ਦੀ ਬਜਾਏ ਕਿਸਾਨ ਨੇ ਬਹੁਤ ਹੀ ਪ੍ਰੈਕਟੀਕਲ ਜਿਹਾ ਕੰਮ ਕੀਤਾ। ਉਸਨੇ ਆਪਣੇ ਹੱਥ ਵਾਲੀ ਡਾਂਗ ਨੂੰ ਪੂਰੇ ਜ਼ੋਰ ਨਾਲ ਉੱਥੇ ਹੀ ਮਿੱਟੀ ਵਿੱਚ ਗੱਡ ਦਿੱਤਾ। ਉਸ ਦੀ ਇਸ ਇੱਕੋ ਹਰਕਤ ਨੇ ਰਾਜਕੁਮਾਰ ਦੇ ਬਣਾਏ ਹੋਏ ਉਸ ਵੱਡੇ ਬੌਧਿਕ ਜਾਲ ਨੂੰ ਸਕਿੰਟਾਂ ਵਿੱਚ ਹੀ ਚੂਰ-ਚੂਰ ਕਰ ਦਿੱਤਾ। ਇਹ ਇੱਕ ਬਹੁਤ ਹੀ ਜ਼ਬਰਦਸਤ ਇਸ਼ਾਰਾ ਸੀ ਕਿ ਜਵਾਬ ਕਿਤਾਬਾਂ ਵਿੱਚ ਨਹੀਂ, ਸਾਡੇ ਆਸ-ਪਾਸ ਹੀ ਮੌਜੂਦ ਹੈ। ਅਤੇ ਫਿਰ ਉਸਨੇ ਬੜੇ ਹੀ ਕਮਾਲ ਦੇ ਤਰੀਕੇ ਨਾਲ ਜਵਾਬ ਦਿੱਤਾ, ਬਿਲਕੁਲ ਇੱਥੇ ਹੀ ਦੁਨੀਆ ਦਾ ਕੇਂਦਰ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਜਾਓ ਪੂਰੀ ਦੁਨੀਆ ਨੂੰ ਮਾਪ ਕੇ ਦੇਖ ਲਓ। ਵਾਹ, ਕੀ ਗੱਲ ਕਹੀ ਹੈ। ਕਿਸਾਨ ਨੇ ਸਾਰਾ ਦਾ ਸਾਰਾ ਬੋਝ ਚੁੱਕ ਕੇ ਵਾਪਸ ਰਾਜਕੁਮਾਰ ਤੇ ਸੁੱਟ ਦਿੱਤਾ। ਹੁਣ ਕਿਉਂਕਿ ਧਰਤੀ ਗੋਲ ਹੈ, ਹਰ ਜਗ੍ਹਾ ਕੇਂਦਰ ਹੋ ਸਕਦੀ ਹੈ। ਜੇਕਰ ਰਾਜਕੁਮਾਰ ਇਸ ਨੂੰ ਗਲਤ ਸਾਬਿਤ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਖੁਦ ਫੀਤਾ ਲੈ ਕੇ ਪੂਰੀ ਦੁਨੀਆ ਮਾਪਣੀ ਪੈਣੀ ਸੀ। ਇਹ ਗੱਲ ਸੁਣ ਕੇ ਉਹ ਹੰਕਾਰੀ ਰਾਜਕੁਮਾਰ ਬਿਲਕੁਲ ਸੁੰਨ ਹੋ ਗਿਆ। ਖੈਰ, ਗੱਲ ਇੱਥੇ ਨਹੀਂ ਮੁੱਕਦੀ। ਅਗਲਾ ਭਾਗ ਹੈ ਦੂਜਾ ਸਵਾਲ, ਤਾਰੇ ਇੱਕ ਬ੍ਰਹਮਾਂਡੀ ਗਿਣਤੀ। ਹੁਣ ਪਹਿਲੇ ਸਵਾਲ ਵਿੱਚ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਰਾਜਕੁਮਾਰ ਅੰਦਰੋਂ ਅੰਦਰੀ ਬਹੁਤ ਖਿੱਝ ਗਿਆ ਸੀ। ਉਸਨੇ ਸੋਚਿਆ ਕਿ ਹੁਣ ਉਹ ਸਵਾਲ ਥੋੜਾ ਹੋਰ ਔਖਾ ਕਰੇਗਾ। ਉਹ ਜ਼ਮੀਨ ਛੱਡ ਕੇ ਸਿੱਧਾ ਆਸਮਾਨ ਵੱਲ, ਬ੍ਰਹਮਾਂਡ ਵੱਲ ਚਲਾ ਗਿਆ। ਉਸਨੇ ਸੋਚਿਆ ਕਿ ਜੇ ਭੂਗੋਲ ਵਾਲਾ ਤੀਰ ਨਿਸ਼ਾਨੇ ਤੇ ਨਹੀਂ ਲੱਗਾ ਤਾਂ ਕੁਝ ਅਜਿਹਾ ਪੁੱਛਿਆ ਜਾਵੇ ਜਿਸ ਨੂੰ ਗਿਣਨਾ ਕਿਸੇ ਵੀ ਬੰਦੇ ਦੇ ਵੱਸ ਦੀ ਗੱਲ ਹੀ ਨਾ ਹੋਵੇ। ਤਾਂ ਰਾਜਕੁਮਾਰ ਨੇ ਪੁੱਛਿਆ, ਦੱਸ ਫਿਰ ਆਸਮਾਨ ਵਿੱਚ ਕਿੰਨੇ ਤਾਰੇ ਹਨ?
ਹੁਣ ਤੁਸੀਂ ਆਪ ਹੀ ਦੱਸੋ, ਇਹ ਸਵਾਲ ਪਹਿਲੇ ਨਾਲੋਂ ਵੀ ਕਿੰਨਾ ਵੱਧ ਬੇਤੁਕ ਹੈ। ਇੰਨੇ ਵੱਡੇ ਅਸਮਾਨ ਦੇ ਤਾਰਿਆਂ ਨੂੰ ਗਿਣਨਾ ਕਿਸੇ ਵੀ ਇਨਸਾਨ ਲਈ ਅਸੰਭਵ ਹੈ। ਰਾਜਕੁਮਾਰ ਦੀ ਚਾਲ ਬੜੀ ਸਿੱਧੀ ਸੀ ਕਿ ਕਿਸਾਨ ਜਾਂ ਤਾਂ ਕੋਈ ਤੁੱਕਾ ਲਾਵੇਗਾ ਜਾਂ ਫਿਰ ਹਾਰ ਮੰਨ ਕੇ ਕਹੇਗਾ ਕਿ ਮੈਨੂੰ ਨਹੀਂ ਪਤਾ, ਤੇ ਫਿਰ ਰਾਜਕੁਮਾਰ ਉਸ ਨੂੰ ਭਾਰੀ ਜੁਰਮਾਨਾ ਠੋਕ ਦੇਵੇਗਾ। ਪਰ ਇਸ ਵਾਰ ਵੀ ਸਾਡੇ ਕਿਸਾਨ ਨੇ ਆਪਣੇ ਆਲੇ ਦੁਆਲੇ ਦੀ ਸਥਿਤੀ ਦਾ ਬਾਖੂਬੀ ਫਾਇਦਾ ਉਠਾਇਆ। ਉਹ ਭੋਰਾ ਵੀ ਨਹੀਂ ਘਬਰਾਇਆ। ਉਸਨੇ ਬਸ ਬੜੇ ਹੀ ਸ਼ਾਂਤ ਸੁਭਾਅ ਨਾਲ ਉੱਥੇ ਹੀ ਘਾਹ ਚਰ ਰਹੀ ਇੱਕ ਭੇਡ ਵੱਲ ਇਸ਼ਾਰਾ ਕਰ ਦਿੱਤਾ। ਮਤਲਬ ਉਸਨੇ ਇੱਕ ਐਡੀ ਵੱਡੀ ਤੇ ਉਲਝੀ ਹੋਈ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਰੋਜ਼ਾਨਾ ਜ਼ਿੰਦਗੀ ਦੀ ਇੱਕ ਬਹੁਤ ਹੀ ਆਮ ਜੀ ਚੀਜ਼ ਦਾ ਸਹਾਰਾ ਲਿਆ। ਕਿਸਾਨ ਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ, ਹਜ਼ੂਰ, ਇਸ ਭੇਡ ਦੇ ਸਰੀਰ ਤੇ ਜਿੰਨੇ ਵਾਲ ਹਨ ਨਾ, ਅਸਮਾਨ ਵਿੱਚ ਬਿਲਕੁਲ ਉਨੇ ਹੀ ਤਾਰੇ ਹਨ। ਜੇ ਤੁਹਾਨੂੰ ਸ਼ੱਕ ਹੈ ਤਾਂ ਤੁਸੀਂ ਖੁਦ ਗਿਣ ਸਕਦੇ ਹੋ। ਇਹ ਦੇਖੋ ਕਿੰਨੇ ਸ਼ਾਨਦਾਰ ਤਰੀਕੇ ਨਾਲ ਕਿਸਾਨ ਨੇ ਰਾਜਕੁਮਾਰ ਦੀ ਚਾਲ ਨੂੰ ਉਸੇ ਤੇ ਹੀ ਉਲਟਾ ਦਿੱਤਾ। ਜੇਕਰ ਅਸਮਾਨ ਦੇ ਤਾਰੇ ਨਹੀਂ ਗਿਣੇ ਜਾ ਸਕਦੇ ਤਾਂ ਭਾਈ ਪੇੜ ਦੇ ਵਾਲ ਵੀ ਤਾਂ ਕੋਈ ਨਹੀਂ ਗਿਣ ਸਕਦਾ। ਇਹ ਇੱਕ ਅਜਿਹਾ ਜਵਾਬ ਸੀ ਜਿਸ ਨੂੰ ਨਾ ਤਾਂ ਸੱਚ ਸਾਬਿਤ ਕੀਤਾ ਜਾ ਸਕਦਾ ਸੀ ਅਤੇ ਨਾ ਹੀ ਝੂਠ। ਰਾਜਕੁਮਾਰ ਵਿਚਾਰਾ ਇੱਕ ਵਾਰ ਫਿਰ ਤੋਂ ਲਾਜਵਾਬ ਹੋ ਕੇ ਰਹਿ ਗਿਆ। ਹੁਣ ਕਹਾਣੀ ਆਪਣੇ ਬਿਲਕੁਲ ਸਿਖਰ ਤੇ ਆਦੀ ਹੈ। ਅਗਲਾ ਭਾਗ, ਤੀਜਾ ਸਵਾਲ, ਪੰਛੀ ਇੱਕ ਅਜਿੱਤ ਜਾਲ। ਲਗਾਤਾਰ 2 ਵਾਰ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਾਜਕੁਮਾਰ ਦਾ ਹੰਕਾਰ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ। ਉਹ ਕਿਸੇ ਵੀ ਕੀਮਤ ਤੇ ਬਸ ਜਿੱਤਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਇੱਕ ਅਜਿਹਾ ਦਿਮਾਗੀ ਜਾਲ ਬੁਣਿਆ ਜੋ ਉਸਦੇ ਹਿਸਾਬ ਨਾਲ ਬਿਲਕੁਲ ਨਾ ਟੁੱਟਣ ਵਾਲਾ ਸੀ। ਉਸਨੇ ਇੱਕ ਛੋਟੇ ਜਿਹੇ ਪੰਛੀ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ। ਆਪਣੀ ਮੁੱਠੀ ਕੱਸਦਿਆਂ ਰਾਜਕੁਮਾਰ ਨੇ ਪੁੱਛਿਆ, ਮੇਰੇ ਹੱਥ ਵਿੱਚ ਜੋ ਪੰਛੀ ਹੈ ਉਹ ਜਿਉਂਦਾ ਹੈ ਜਾਂ ਮਰਿਆ ਹੋਇਆ? ਹੁਣ ਮਾਹੌਲ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਿਆ ਸੀ। ਇਹ ਹੁਣ ਸਿਰਫ ਸ਼ਬਦਾਂ ਦੀ ਹੇਰਾਫੇਰੀ ਨਹੀਂ ਰਹੀ ਸੀ, ਸਗੋਂ ਇੱਕ ਬੇਕਸੂਰ ਜਾਨਵਰ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਗਿਆ ਸੀ। ਰਾਜਕੁਮਾਰ ਨੂੰ ਲੱਗਾ ਕਿ ਬਸ ਹੁਣ ਤਾਂ ਕਿਸਾਨ ਪੂਰੀ ਤਰ੍ਹਾਂ ਫਸ ਹੀ ਗਿਆ ਹੈ। ਤਾਂ ਇੱਥੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਰਾਜਕੁਮਾਰ ਦੀ ਇਸ ਖਤਰਨਾਕ ਸਕੀਮ ਨੂੰ ਸਮਝੀਏ। ਉਸਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ? ਤੇ ਜੇ ਕਿਸਾਨ ਕਹੇਗਾ ਕਿ ਪੰਛੀ ਜਿਉਂਦਾ ਹੈ ਤਾਂ ਉਹ ਆਪਣੀ ਮੁੱਠੀ ਜ਼ੋਰ ਨਾਲ ਘੁੱਟੇਗਾ, ਪੰਛੀ ਨੂੰ ਮਾਰ ਦੇਵੇਗਾ ਅਤੇ ਕਿਸਾਨ ਨੂੰ ਝੂਠਾ ਸਾਬਿਤ ਕਰ ਦੇਵੇਗਾ। ਤੇ ਦੂਜੇ ਪਾਸੇ ਜੇਕਰ ਕਿਸਾਨ ਕਹੇਗਾ ਕਿ ਪੰਛੀ ਮਰਿਆ ਹੋਇਆ ਹੈ ਤਾਂ ਉਹ ਆਪਣੀ ਮੁੱਠੀ ਖੋਲੇਗਾ ਤੇ ਪੰਛੀ ਨੂੰ ਉਡਾ ਦੇਵੇਗਾ। ਦੋਵਾਂ ਹੀ ਹਾਲਾਤਾਂ ਵਿੱਚ ਕਿਸਾਨ ਦੀ ਹਾਰ ਪੱਕੀ ਸੀ। ਇਹ ਇੱਕ ਬਹੁਤ ਹੀ ਚਾਲਾਕੀ ਭਰਿਆ ਮਾਨਸਿਕ ਧੋਖਾ ਸੀ। ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕਿਸਾਨ ਦੀ ਸਿਆਣਪ ਕਿਤਾਬਾਂ ਦੀ ਗੁਲਾਮ ਨਹੀਂ ਸੀ। ਉਸਨੇ ਸਿੱਧਾ ਰਾਜਕੁਮਾਰ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ, ਹਜ਼ੂਰ, ਇਸ ਦਾ ਜਵਾਬ ਤਾਂ ਬਿਲਕੁਲ ਤੁਹਾਡੇ ਆਪਣੇ ਹੱਥ ਵਿੱਚ ਹੈ। ਜੇ ਤੁਸੀਂ ਚਾਹੋ ਤਾਂ ਇਹ ਜਿਉਂਦਾ ਹੈ ਅਤੇ ਜੇ ਤੁਸੀਂ ਚਾਹੋ ਤਾਂ ਇਹ ਮਰਿਆ ਹੈ। ਉਫ, ਕੀ ਕਮਾਲ ਦਾ ਜਵਾਬ ਹੈ। ਕਿਸਾਨ ਨੇ ਸਿਰਫ ਉਸ ਜਾਲ ਨੂੰ ਹੀ ਨਹੀਂ ਤੋੜਿਆ, ਸਗੋਂ ਉਸਨੇ ਪੰਛੀ ਦੀ ਜ਼ਿੰਦਗੀ ਬਚਾਉਣ ਜਾਂ ਮਾਰਨ ਦਾ ਸਾਰਾ ਨੈਤਿਕ ਬੋਝ ਸਿੱਧਾ ਰਾਜਕੁਮਾਰ ਦੇ ਸਿਰ ਤੇ ਰੱਖ ਦਿੱਤਾ। ਉਸਨੇ ਬਿਨਾਂ ਕੁਝ ਕਹੇ ਰਾਜਕੁਮਾਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਅਸਲੀ ਤਾਕਤ ਅਤੇ ਗਿਆਨ ਦਾ ਮਤਲਬ ਕਿਸੇ ਦੀ ਜਾਨ ਲੈਣਾ ਨਹੀਂ ਹੁੰਦਾ। ਇਹ ਸ਼ਬਦ ਸੁਣਦੇ ਸਾਰ ਹੀ ਰਾਜਕੁਮਾਰ ਅੰਦਰੋਂ ਹਿਲ ਗਿਆ। ਉਹ ਬਿਲਕੁਲ ਸੁੰਨ ਰਹਿ ਗਿਆ। ਉਸਦੇ ਅੰਦਰ ਦਾ ਉਹ ਵੱਡਾ ਸਾਰਾ ਹੰਕਾਰ ਪਲਾਂ ਵਿੱਚ ਹੀ ਮਿੱਟੀ ਵਿੱਚ ਮਿਲ ਗਿਆ। ਉਸਨੂੰ ਸਮਝ ਆ ਗਈ ਕਿ ਉਸਦਾ ਉਹ ਅਜਿੱਤ ਮੰਨਿਆ ਜਾਣ ਵਾਲਾ ਜਾਲ ਇੱਕ ਆਮ ਜਿਹੇ ਕਿਸਾਨ ਦੀ ਜ਼ਿੰਦਗੀ ਦੀ ਸਮਝ ਅੱਗੇ ਕੁਝ ਵੀ ਨਹੀਂ ਸੀ। ਆਪਣੀ ਹਾਰ ਮੰਨਦੇ ਹੋਏ ਉਸਨੇ ਪੰਛੀ ਨੂੰ ਆਜ਼ਾਦ ਕਰ ਦਿੱਤਾ, ਆਪਣੀ ਆਕੜ ਛੱਡ ਦਿੱਤੀ ਅਤੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਸਿੱਖ ਕੇ ਉੱਥੋਂ ਚੁੱਪਚਾਪ ਵਾਪਸ ਚਲਾ ਗਿਆ। ਹੁਣ ਅਸੀਂ ਆਪਣੇ ਆਖਰੀ ਭਾਗ ਵੱਲ ਵਧਦੇ ਹਾਂ, ਅਧਿਆਪਕ ਦੀ ਸੱਚੀ ਸਿਆਣਪ, ਕਿਤਾਬਾਂ ਤੋਂ ਪਰੇ। ਜਦੋਂ ਅਸੀਂ ਇਸ ਕਹਾਣੀ ਦੇ ਅਖੀਰ ਤੇ ਪਹੁੰਚਦੇ ਹਾਂ ਤਾਂ ਸਾਨੂੰ ਇਸ ਨੂੰ ਇੱਕ ਅਧਿਆਪਕ ਦੇ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ। ਇਹ ਕਹਾਣੀ ਸਿਰਫ ਸਾਡੇ ਮਨੋਰੰਜਨ ਲਈ ਨਹੀਂ ਹੈ, ਇਹ ਸਾਨੂੰ ਬਹੁਤ ਡੂੰਗੀ ਗੱਲ ਸਿਖਾਉਂਦੀ ਹੈ ਕਿ ਸੱਚੀ ਸਿਆਣਪ ਨਾ ਕਦੇ ਵੀ ਕਿਤਾਬਾਂ ਦੇ ਪੰਨਿਆਂ ਜਾਂ ਵੱਡੇ-ਵੱਡੇ ਮਹਿਲਾਂ ਵਿੱਚ ਬੰਦ ਨਹੀਂ ਹੁੰਦੀ। ਅਸਲ ਸਿਆਣਪ ਤਾਂ ਜ਼ਿੰਦਗੀ ਦੇ ਤਜਰਬਿਆਂ, ਸਾਡੀ ਨਿਮਰਤਾ ਅਤੇ ਸਾਡੇ ਆਲੇ-ਦੁਆਲੇ ਦੇ ਹਾਲਾਤਾਂ ਨੂੰ ਸਮਝਣ ਵਿੱਚੋਂ ਨਿਕਲਦੀ ਹੈ।